ਜੂ ਪੈਦਾ ਹੋਏ ਆ ਜੇ ਐਸੇ ਹੀ ਕੰਮ ऐसे ही काम करे। ਹਾਂਜੀ ਪਹਿਲੇ 10 ਜਮਾਤਾਂ ਪੜ੍ਹੀਆਂ ਫਿਰ ਐਸੇ ਚ ਹੀ ਵਾਲਦਿਆਂ ਦੇ ਨਾਲ ਲੱਗ ਗਏ। ਦੁੱਧ ਦਾ ਰੇਟ ਅਸੀਂ 120 ਰੁਪਏ ਦਿੰਦੇ ਆ। ਕੋਈ ਚੰਗੀ ਮੱਝ ਹੋਏ ਤੇ ਉਹ 12-13 ਸੇ ਦੁੱਧ 10 ਸੇ 12 ਸੇ ਦੁੱਧ ਦੇ ਹੜ। ਇਹ ਜੀ ਪਿੰਡ 'ਚ ਆਪਣੀ ਜ਼ਮੀਨ ਹੋਏ ਨਾ ਪੱਠਾ ਆਪਣਾ ਹੋਏ ਫਿਰ ਪਿੰਡ 'ਚ ਹੀ ਵਾਰਾ ਖਾਂਦਾ। 10 ਡੰਗਰਾਂ ਤੋਂ ਘੱਟ ਤੇ ਨਹੀਂ ਕੰਮ ਚੱਲਦਾ। 10 ਮਈਆਂ ਹੋਣ ਨਾ ਤੇ ਫਿਰ ਸਰਕਲ ਪਿਆ ਚੱਲਦਾ ਲੱਗਾ। ਐਸੇ ਚੀਜ਼ਾਂ ਕੋ ਕਾਲੀ ਜੀਰੀ ਕੋੜ ਐਸੇ ਜੀ ਚੀਜ਼ਾਂ ਦੇ ਜਾਂ ਜੇ ਸਰਦੀ ਹੋਏ ਤੇ ਮੇਥਰੇ ਤੇ ਹਾਲਿਆਂ ਤੇ ਵਿੱਚ ਘਿਓ ਪਾ ਕੇ ਉਹ ਦਿਓ ਤੇ ਅੱਲਾ ਬਿਹਤਰ। बिस्मिल्लाहिर्रहमानिर्रहीम अस्सलाम वालेकुम व्यूअर्स, आप देख रहे हैं यूट्यूब चैनल बिजनेस इन्फो। मैं हूं बिलाल नज़ीर। आज आपको सिटी एरिया में लेके आया हूं एक मरतबा फिर। आज की वीडियो में बुजुर्ग फार्मर की इंतहाई कीमती मुफीद मालूमात आप तक पहुंचाई जाएंगी। उनका जिंदगी भर का तजर्बा आपको बहुत 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 फायदा देगा। जानवरों को सिटी एरिया में कैसे रखते हैं, जानवरों की देखभाल कैसे करनी चाहिए, इन पर खर्च क्या आता है, इनसे लिया क्या जाता है, ये तमाम तर तफसीलात आपके साथ शेयर की जाएंगी। तो वीडियो को आखिर तक जरूर देखिएगा, इंशाल्लाह आपको फायदा होगा। तो इस वीडियो को देखने से पहले जल्दी से हमारे चैनल को सब्सक्राइब कीजिए, साथ में बेल आइकन को भी दबा दीजिए ताकि सारी वीडियो आप तक बखूबी पहुंचती रहें। और फेसबुक के नाजरीन से रिक्वेस्ट है कि आप जल्दी से हमारे पेज को लाइक कीजिए और फॉलो कीजिए। तो आइए मुलाकात करते हैं। अस्सलाम वालेकुम ਵਾਲੇਕੁਮ अंकल जी, की हाल चाल है? ਅੱਲਾ ਦੀ ਰਹਿਮਤ। अंकल जी, की नाम अपना? ਅਸਗਰ क्या तो असगर माशाल्लाह जानवरों का काम कितने अर्से तो कर रहे हो? ਅਸੀਂ ਤਕਰੀਬਨ ਜੂ ਪੈਦਾ ਹੋਏ ਆ ਜੇ ਐਸੇ ਹੀ ਕੰਮ ऐसे ही काम करे। ਹਾਂਜੀ ਪਹਿਲੇ 10 ਜਮਾਤਾਂ ਪੜ੍ਹੀਆਂ ਫਿਰ ਐਸੇ ਚ ਹੀ ਵਾਲਦਿਆਂ ਦੇ ਨਾਲ ਲੱਗ ਗਏ। अच्छा, पहले यह काम कैसा ही तो हुन काम है कैसा है? ਪਹਿਲੇ ਤਾਂ ਬੜਾ ਅੱਛਾ ਸੀ ਜੀ। अच्छा, ਤੇ 4-5 ਜਾਨਵਰ ਰੱਖੇ ਹੁੰਦੇ ਹਨ ਤੇ ਅੱਲਾ ਰਾਜ਼ਕ ਸੀ, ਰੋਜ਼ੀ ਰੱਬ ਦਿੰਦਾ ਸੀ ਬੜੀ ਸੋਹਣੀ। ਉਦੋਂ ਟਾਈਮ ਚੰਗੇ ਆ ਚੀਜ਼ ਸੌਦੇ ਤੇ ਆਸ ਸਨ ਤੇ ਵਕਤ ਬੜਾ ਸੋਹਣਾ ਸਰਦਾ ਸੀ, ਰੋਟੀ ਪਾਣੀ ਦੀ ਰਾਸ਼ਨ। ठीक है। ਐਂ ਤੋਂ तो उनकी मसाइल आगे ने क्या काम मुश्किल हो गया? ਹੁਣ ਜੀ ਮਟੀਰੀਅਲ ਮਹਿੰਗਾ ਹੋ ਗਿਆ ਤੇ ਇੱਕ ਡੰਗਰ ਦੀ ਕੀਮਤ ਜ਼ਿਆਦਾ ਹੋ ਗਈ ਹੈ। ਜਦੋਂ ਉਹ ਪਛੜ ਹੋ ਜਾਏ ਉਹ ਅੱਧੇ ਮੁੱਲ ਤੋਂ ਘੱਟ ਹੀ ਵਿਕ ਰਿਹਾ, ਜ਼ਿਆਦਾ ਨਹੀਂ ਵਿਕ ਰਿਹਾ। ठीक है। ਤੇ ਦੁੱਧ ਵੇਚ ਕੇ ਤੇ ਬੜਾ ਔਖਾ ਹੁੰਦਾ ਜੇ। ਹੁਣ ਗੁਜ਼ਾਰਾ ਸਿਰਫ ਹੈ ਸਾਡਾ ਮਾਦਰੀ ਕੰਮ ਹੈ ਜਿਹਦੀ ਵਜ੍ਹਾ ਨਾਲ ਅਸੀਂ ਠਰਕ ਵੀ ਇਹ ਤੇ ਛੱਡਦੇ ਨਹੀਂ। ठीक है। ਤੇ ਕੋਈ ਮਹੀਨੇ ਆ ਜਾਂਦੇ ਨੇ ਪੱਠੇ ਤੇ ਦਾ ਜਦੋਂ ਫਗਨ ਚੇਤਰ ਆਏ ਜਾਂ ਚਰੀ ਬਾਜਰਾ ਆਏ ਤੇ ਉਦੋਂ ਕੁਝ ਗੁਜ਼ਾਰਾ ਹੋਏ ਸਨ। ठीक है। यानी कुछ महीने च गुजारा सही चल जाता है। ਹਾਂਜੀ आजकल ਤੇ ਬਹੁਤ ਘਾਟੇ ਵਾਲਾ ਸੌਦਾ ਹੈ। घाटे वाला होता है। ਹਾਂਜੀ ਕੀ ਤੁਹਾਡੇ ਜਾਨਵਰਾਂ ਦੀ ਅੱਜਕੱਲ ਖਾਣ ਪੀਣ ਦੀ ਰੂਟੀਨ ਚੱਲਦੀ ਪਈ ਸਵੇਰ ਤੋਂ ਲੈ ਕੇ ਸ਼ਾਮ ਤੱਕ? ਤੁਸੀਂ ਇਹਨਾਂ ਨੂੰ ਕੀ ਹਾਲਤ ਕਰ ਰਹੇ ਹੋ? ਅਸੀਂ ਤੇ ਪਾ ਰਹੇ ਹਾਂ ਇਸਦੇ ਤੂੜੀ ਤੇ ਵੰਡਾ। ਉਹ ਫਿਰ ਤਕਰੀਬਨ 1 ਮਈ ਨੂੰ 8 ਸਿਰ 9 ਸਿਰ ਵੰਡਾ ਪਾਉਂਦੇ ਆ ਠੀਕ ਹੈ। ਤੇ 10 ਸਿਰ ਤੂੜੀ ਖਾ ਜਾਂਦੀ ਹੈ। ਤੇ ਪੂਰੇ ਦਿਨ ਚ ਹਾਂਜੀ ਤੇ 9 ਸਿਰ ਵੰਡੇ ਔਰ 10 ਸਿਰ ਤੂੜੀ ਨਾਲ ਇੱਕ ਮੱਝ ਦਾ ਗੁਜ਼ਾਰਾ ਹੋ ਜਾਂਦਾ ਹੈ? ਹਾਂਜੀ ਹੋ ਜਾਂਦਾ। ਮਤਲਬ ਉਹ ਠੀਕ ਰਹਿੰਦੀ ਹੈ? ਹਾਂਜੀ ਤੇ ਇੰਨੀ ਹੀ ਤੂੜੀ ਔਰ ਵੰਡਾ ਖਾ ਕੇ ਇਹਦੀ ਗਜ਼ਾਈ ਜ਼ਰੂਰੀਅਤ ਐਸੇ ਤਰੀਕੇ ਨਾਲ ਪੂਰੀਆਂ ਹੋ ਰਹੀਆਂ ਨੇ? ਆਹੋ ਜੀ ਇਹੋ ਹੀ ਤੁਹਾਡੇ ਕੋਲ ਇਸ ਵੇਲੇ ਤੇ ਕਿੰਨਾ ਖਰਚਾ ਆ ਜਾਂਦਾ ਹੈ ਇਸ ਪੱਠੇ 'ਚ ਜਿਹੜਾ ਤੁਸੀਂ ਅੱਜ ਕੱਲ੍ਹ ਦੇ ਰਹੇ ਹੋ? ਇਸ ਵੇਲੇ ਖਰਚਾ ਕੋਈ ਤਕਰੀਬਨ 700-800 ਰੁਪਇਆ ਮਾਈ ਦਾ ਆ ਜਾਂਦਾ। ਠੀਕ ਹੈ। ਸਹੀ ਰਾਸ਼ਨ ਨੂੰ ਪਾਇਆ ਜਾਏ 700-800 ਰੁਪਇਆ ਖਰਚਾ। ਯਾਨੀ ਤੁਹਾਡਾ 700 ਰੁਪਇਆ ਲੱਗ ਰਿਹਾ ਦਿਨ ਦਾ? ਹਾਂਜੀ। ਤੇ ਤੁਸੀਂ ਮਤਲਬ ਇਸ ਮੱਝ ਜਿਹੜੀ ਤੁਸੀਂ 700 ਰੁਪਏ ਤੇ ਖਰਚ ਕਰ ਰਹੇ ਹੋ ਅੱਜ ਕੱਲ੍ਹ ਤੁਹਾਨੂੰ ਕਿੰਨੀ ਕੀ ਹੈ? ਅੱਜ ਕੱਲ੍ਹ ਤੇ ਤਕਰੀਬਨ ਸਰਦੀ ਦੀ ਵਜ੍ਹਾ ਨਾਲ ਦੁੱਧ ਵੀ ਘੱਟ ਦੇ ਰਹੀਆਂ ਨੇ ਤੇ ਜੇ ਤਾਜ਼ੀ ਮੱਝ ਹੋਏ ਉਹ ਤੇ 400-500 ਬਚਾ ਹੜਦੀ ਹੈ ਸਜਰੀ 10-12 ਕਿਲੋ ਵਾਲੀ। ਠੀਕ ਹੈ। ਤੇ ਜਦੋਂ 5-6 ਸਿਰ ਤੇ ਆ ਜਾਂਦੀ ਹੈ ਫਿਰ ਨੁਕਸਾਨ ਹੀ। ਫਿਰ ਨੁਕਸਾਨ ਹੈ। ਹਾਂਜੀ। ਇੱਥੇ ਤੁਹਾਨੂੰ ਰੇਟ ਕੀ ਮਿਲ ਜਾਂਦਾ ਹੈ ਹਾਂਜੀ। ਦੁੱਧ ਦਾ ਰੇਟ? ਦੁੱਧ ਦਾ ਰੇਟ ਅਸੀਂ 120 ਰੁਪਏ ਦਿੰਦੇ ਆ। ਮਾਸ਼ਾਅੱਲਾ ਹਾਲਤ ਦੁੱਧ। ਹਾਂਜੀ। ਅੱਛਾ ਚਾਚੂ ਜੀ, ਇੱਕ ਮੱਝ ਜਿਹੜੀ ਹੈ ਉਹ ਸਾਲ 'ਚ ਕਿੰਨਾ ਕੁ ਦੁੱਧ ਦੇ ਜਾਂਦੀ ਹੈ? ਇਹਦੇ ਮੁਖਤਲਿਫ ਨੇ, ਕਈ ਤੇ ਤਾਜ਼ੀਆਂ ਸੂਈਆਂ ਵੀ 6-7 ਕਿਲੋ ਹੀ ਦਿੰਦੀਆਂ ਨੇ। ਕੋਈ ਚੰਗੀ ਮੱਝ ਹੋਏ ਤੇ ਉਹ 12-13 ਸੇ ਦੁੱਧ 10 ਸੇ 12 ਸੇ ਦੁੱਧ ਦੇ ਹੜਦੀ ਹੈ। ਠੀਕ ਹੈ। ਰੂਟੀਨ ਦਾ। ਠੀਕ ਹੈ। ਤੇ ਕਿੰਨੇ ਕੁ ਮਹੀਨੇ ਦੇ ਛੱਡ ਜਾਂਦਾ? ਇੰਨਾ ਤਕਰੀਬਨ 6-7 ਮਹੀਨੇ ਹੀ ਦਿੰਦੀ। 7 ਮਹੀਨੇ। ਅੱਛਾ। ਉਸ ਤੋਂ ਬਾਅਦ ਫਿਰ ਘਟਣ ਲੱਗ ਪੈਂਦੀ? ਫਿਰ ਘਟਣ ਲੱਗ ਪੈਂਦੀ। ਅਗਰ ਢੁੱਕਦਾ ਹੈ ਮੱਝ ਉਸ ਤੋਂ ਬਾਅਦ ਸੂਣ ਵਾਲੀ ਬਣ ਜਾਏ ਤੇ ਫਿਰ ਕਿੰਨੀ ਦੇਰ ਬਾਅਦ ਸੂੰਦੀ ਹੈ?
ਸੁੰਦੀ ਫਿਰ 10 ਮਹੀਨੇ ਬਾਅਦ ਸੁੰਦੀ। 10 ਮਹੀਨੇ। ਇਸ ਦੌਰਾਨ ਅਗਰ ਖੁਦਾਨ ਹਾਦਸਾ ਨਾ ਬਣੇ ਤੇ ਫਿਰ ਉਹ ਮੱਝ ਦੀ ਕੀਮਤ ਕਿੰਨੀ ਰਹਿ ਜਾਂਦੀ ਹੈ? ਉਹ ਤਕਰੀਬਨ ਫਿਰ 70-80 ਹਜ਼ਾਰ ਹੀ, ਉਹ ਤੇ ਵਜ਼ਨ ਦੇ ਹਿਸਾਬ ਨਾਲ ਹੀ ਰਹਿੰਦੀ ਜੀ, ਕਸਾਈ ਦਾ ਹਿਸਾਬ। ਕਸਾਈ ਦੇ ਹਿਸਾਬ ਨਾਲ। ਉਹ ਮੱਝ ਜਿਹੜੀ 70-80 ਦੀ ਰਹਿ ਗਈ ਜੋ ਤਾਜ਼ੀ ਲਈ ਗਈ ਸੀ ਉਦੋਂ ਕਿੰਨੇ ਦੀ ਸੀ? ਉਦੋਂ 2 ਦੀ, ਠੀਕ ਹੈ 2.25 ਦੀ, 2.5 ਦੀ ਵੀ। ਠੀਕ ਹੈ, ਯਾਨੀ 2.25 ਦੀ ਮੱਝ ਲਈ 7-8 ਮਹੀਨੇ ਦੁੱਧ ਚੋਇਆ, ਔਰ ਉਸ ਤੋਂ ਬਾਅਦ ਜੇ ਉਹ ਨਹੀਂ ਬਣੀ ਤੇ ਫਿਰ ਉਹ 70-80-90 ਹਜ਼ਾਰ ਦੀ। ਹਾਂ ਐਨ ਤਕਰੀਬਨ ਤੇ ਇਸ ਕੋਈ ਦੌਰਾਨ- ਸੋਹਣੀ ਸ਼ਕਲ ਵਜਾ ਹੋਏ ਦੁੱਧ 5-6 ਦਿਨ ਦੀ 2 ਲੱਖ ਦੀ ਵੀ ਵਿਕ ਜਾਂਦੀ। ਇਸ ਦੌਰਾਨ ਉਹ ਰੋਜ਼ਾਨਾ ਦਾ 700 ਰੁਪਇਆ ਖਰਚ ਵੀ ਕਰਾਉਂਦੀ ਰਹੀ ਹੈ ਜੀ। ਸਰਦੀਆਂ ਦੇ ਦਿਨਾਂ 'ਚ। ਗਰਮੀਆਂ ਦੇ ਦਿਨਾਂ 'ਚ 200 ਘੱਟ ਜਾਂਦਾ ਹੋਏਗਾ, 400-500 100-150 ਘੱਟ ਜਾਂਦਾ। ਤੇ ਵੀ 400-500 ਰੁਪਏ ਤਾਂ ਖਰਚ ਹੋ ਹੀ ਜਾਂਦਾ ਹੈ। ਤੇ ਇਹਦੇ ਨਾਲ ਅਗਰ ਕੈਲਕੂਲੇਸ਼ਨ ਕੀਤੀ ਜਾਏ ਤੇ ਤੁਸੀਂ ਆਪਣੇ ਨਫਾ ਔਰ ਨੁਕਸਾਨ ਦਾ ਅੰਦਾਜ਼ਾ ਲਗਾ ਸਕਦੇ ਹੋ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਸ਼ਹਿਰ ਕਾਰੋਬਾਰ ਕਰਨਾ ਮੁਨਾਫੇ ਬਖਸ਼ ਹੈ ਜਾਂ ਪਿੰਡ 'ਚ ਮੱਝਾਂ ਦਾ ਕਾਰੋਬਾਰ ਕਰਨਾ ਮੁਨਾਫੇ ਬਖਸ਼ ਹੈ? ਤੁਸੀਂ ਕਿਉਂਕਿ ਸ਼ਹਿਰ ਕਰਦੇ ਹੋ ਤੇ ਹਾਂਜੀ। ਥੋੜਾ ਜਿਹਾ ਤਜਜ਼ੀਆ ਤੇ ਹੋਏਗਾ ਹੀ। ਇਹ ਜੀ ਪਿੰਡ 'ਚ ਆਪਣੀ ਜ਼ਮੀਨ ਹੋਏ ਨਾ, ਪੱਠਾ ਆਪਣਾ ਹੋਏ, ਫਿਰ ਪਿੰਡ 'ਚ ਹੀ ਵਾਰਾ ਖਾਂਦਾ। ਹੂੰ ਸ਼ਹਿਰ 'ਚ ਤੇ ਤਕਰੀਬਨ ਸਾਰੀਆਂ ਚੀਜ਼ਾਂ ਕੀਮਤ ਨਾਲ ਹੁਣ ਇਸ ਵੇਲੇ 350 ਰੁਪਇਆ ਸਬਦਾ ਹੂੰ ਮਣ, ਠੀਕ ਹੈ ਤੇ ਇਹ ਚੋਕਰ ਜਿਹੜਾ ਨਾ ਉਹ 1400 ਤੋਂ ਮਣ ਹੋ ਗਿਆ ਦਾ। ਠੀਕ ਹੈ ਇਹ ਜਿਹੜਾ ਛਾਣ ਹਾਂਜੀ 1230 ਦਾ 34 ਕਿਲੋ ਦਾ ਤੋੜਾ ਮਿਲਦਾ ਹੈ ਇੱਥੇ। ਠੀਕ ਹੈ ਉਹ ਤਕਰੀਬਨ 1400 ਤੋਂ ਮਣ ਹੀ ਬਣਦਾ, ਠੀਕ ਹੈ। ਤੇ ਉਹ ਵੀ ਪਾਈਏ ਤੇ ਉਹ ਵੀ ਦੂਰ ਜਾਂਦੀ ਖਾਂਦੀ। ਲੇਕਿਨ ਫਿਰ ਇੱਕ ਚੀਜ਼ ਇੱਥੇ ਕਲੀਅਰ ਕਰਵਾਉਣਾ ਚਾਹਾਂਗਾ ਕਿ ਪਿੰਡ 'ਚ ਦੁੱਧ ਦਾ ਰੇਟ ਜਿਹੜਾ ਸ਼ਹਿਰ ਅੱਜ ਕੱਲ੍ਹ 120 ਮਿਲਦਾ ਨਾ, ਉਹੀ ਪਿੰਡ 'ਚ 80 ਰੁਪਏ ਮਿਲਦਾ ਤਾਂ। ਹਾਂਜੀ ਜੇ ਹੋਰ ਦੂਰ ਦੇ ਪਿੰਡਾਂ 'ਚ ਟੁਰ ਜਾਓ ਤੇ 70-75 ਰੁਪਏ ਟੁਰ ਜਾਂਦਾ ਹੈ। ਠੀਕ ਹੈ। ਜਿਹੜੇ ਕੋਈ ਥੋੜੇ ਡਿਸਟੈਂਸ ਨੇ ਉੱਥੇ 80 ਰੁਪਏ 90 ਰੁਪਏ ਚੱਲਦਾ ਤਾਂ ਰੇਟ ਮੱਝ ਦਾ ਹਾਲਤ ਤੋਂ। ਤੇ ਫਿਰ ਖਰਚ ਮੱਝ ਤੇ ਖਾ ਤੇ ਉਹੀ ਰਹੀ ਹੈ ਉੱਥੇ ਵੀ, ਬਿਲਕੁਲ। ਲੇਕਿਨ ਕਿਉਂਕਿ ਉੱਥੇ ਚਾਰਾ ਦਸਤਿਆਬ ਜਾਂ ਚਰਾਈ ਹੋ ਸਕਦੀ ਹੈ, ਇਹ ਉੱਥੇ ਵੱਧ ਹੈ। ਤੇ ਫਿਰ ਵੀ ਤੁਸੀਂ ਆਖੋਗੇ ਕਿ ਪਿੰਡ 'ਚ ਠੀਕ ਹੈ ਸ਼ਹਿਰ ਦੀ ਨਿਸਬਤ? ਸ਼ਹਿਰ ਦੀ ਨਿਸਬਤ 'ਚ ਪਿੰਡ 'ਚ ਠੀਕ ਹੈ ਜੀ। ਉਹ ਕਿਉਂਕਿ ਡੰਗਰ ਵੀ ਜ਼ਿਆਦਾ ਰੱਖੇ ਜਾਂਦੇ ਨੇ, ਪੱਠੇ ਘਰ ਦੇ ਉਹ ਹੁਣ ਜਿਹੜਾ 350 ਇੱਥੇ ਪੈਂਦਾ ਪਿਆ ਨਾ ਪੱਠਾ, ਤੇ ਉੱਥੇ 100 ਪੈ ਜਾਂਦਾ ਹੋਵੇਗਾ। ਹੂੰ ਠੀਕ ਹੈ। ਜੇ ਅਗਰ ਆਪਣੀ ਜਗ੍ਹਾ ਹੋਏ ਹੋਰ ਘਟ ਜਾਂਦਾ। ਉਹ ਆਪਣੀ ਜਗ੍ਹਾ ਹੋਏ ਤੇ ਫਿਰ ਹੋਰ ਘਟ ਜਾਂਦਾ, ਆਪਣੀ ਜ਼ਮੀਨ ਹੋਏ ਤੇ। ਨਵਾਂ ਬੰਦਾ ਕਿੰਨੇ ਜਾਨਵਰ ਲੈ ਕੇ ਸਟਾਰਟ ਕਰੇ ਔਰ ਕਿਹੋ ਜਿਹੇ ਜਾਨਵਰ ਲੈ ਕੇ ਸਟਾਰਟ ਕਰੇ ਕਿ ਉਹਦਾ ਘਰ ਦਾ ਸਰਕਟ ਸਹੀ ਚੱਲ ਜਾਏ? 10 ਡੰਗਰਾਂ ਤੋਂ ਘੱਟ ਤੇ ਨਹੀਂ ਕੰਮ ਚੱਲਦਾ। ਹੂੰ 10 ਮਈਆਂ ਹੋਣ ਨਾ ਹੂੰ ਤੇ ਫਿਰ ਸਰਕਲ ਪਿਆ ਚੱਲਦਾ ਹੈ। ਦੱਸੇ ਦੀਆਂ ਦੱਸੇ ਤਾਜ਼ੀਆਂ ਰੱਖਣੀਆਂ ਚਾਹੀਦੀਆਂ ਨੇ ਜਾਂ ਕੁਝ ਖੰਗ ਜਾਣ? ਤੇ ਤਾਜ਼ੀਆਂ ਹੋਣ ਤੇ ਉਹ ਤੇ ਕੀਮਤ ਵਾਹਵਾ ਦੀਆਂ ਹੁੰਦੀਆਂ ਨੇ। ਵਿੱਚ ਪਛਣਾ ਲੈ ਕੇ ਰੱਖ ਲਏ ਤੇ ਉਹਨੂੰ ਤੂੜੀ ਵੰਡਾ ਪੱਠੇ ਕੁਤਰਾ ਪਾਹੜੇ, ਤੇ ਉਹ ਜਦੋਂ ਵਕਤ ਆ ਜਾਣ ਫਿਰ ਤਾਜ਼ੀਆਂ ਹੋਣ ਤੇ ਉਹਨੂੰ ਮੁਨਾਫਾ ਹੋ ਸਕਦਾ। ਠੀਕ ਹੈ। 10 ਮੱਝਾਂ 'ਚ ਕਿੰਨੀਆਂ ਕੁ ਗਾਈਆਂ ਸਮਾ ਸਕਦੀਆਂ ਨੇ ਦੁੱਧ ਮਿਕਸ ਕਰਨ ਦੇ ਹਵਾਲੇ ਨਾਲ, ਜਾਂ ਸਿਰਫ ਮੱਝਾਂ ਹੀ ਰੱਖਣੀਆਂ ਚਾਹੀਦੀਆਂ? ਗਾਂ ਚੰਗੀ ਰਹਿੰਦੀ। ਗਾਂ ਦਾ ਦੁੱਧ ਜ਼ਰਾ ਲੋਕੀ ਨਖਰੇ ਨਾਲ ਲੈਂਦੇ ਨੇ, ਲੇਕਿਨ ਦੋ ਗਾਈਆਂ ਦਾ ਖੱਪ ਜਾਂਦਾ। 10 ਮੱਝਾਂ 'ਚ ਹਾਂਜੀ ਯਾਨੀ 10 ਮੱਝਾਂ ਔਰ 2 ਗਾਈਆਂ ਰੱਖ ਲਈਆਂ ਜਾਣ, ਉਹਦੇ ਵਿੱਚ ਕੁਝ ਪਛਣਾ ਮੱਝਾਂ ਰੱਖ ਲਈਆਂ ਜਾਣ, ਕੁਝ ਤਾਜ਼ੀਆਂ, ਹਾਂਜੀ ਤੇ ਇੱਕ ਬੰਦਾ ਸਰਕਟ ਚੱਲ ਜਾਏਗਾ। ਬਿਲਕੁਲ, ਬੜਾ ਵਧੀਆ ਸਰ, ਬੜਾ ਵਧੀਆ ਚੱਲੇਗਾ। ਤੇ ਕਾਰੋਬਾਰ ਤੁਹਾਡੀ ਰਾਏ 'ਚ ਪਿੰਡ 'ਚ ਕਰਨਾ ਚਾਹੀਦਾ। ਬਿਲਕੁਲ ਠੀਕ ਹੋ ਗਿਆ। ਮੱਝਾਂ ਅੱਛੀਆਂ ਸਬਜ਼ੀਆਂ ਕਿੱਥੋਂ ਮਿਲਦੀਆਂ ਨੇ ਤੇ ਉਹਨਾਂ ਦੀ ਕੀ ਨਿਸ਼ਾਨੀਆਂ ਹੁੰਦੀਆਂ? ਮੱਝਾਂ ਤੇ ਜੀ ਇਧਰ ਉਕਾੜਾ, ਆਰਫ, ਹੂੰ ਗੱਗੋ ਮੰਡੀ ਵਾਲ ਇਧਰੋਂ ਮਈਆਂ ਜ਼ਿਆਦਾ ਮਸ਼ਹੂਰ ਨੇ ਇਧਰੋਂ। ਠੀਕ ਮਿਲਦੀਆਂ ਨੇ। ਹਾਂਜੀ। ਕੋਈ ਨਿਸ਼ਾਨੀਆਂ ਖਾਸ ਦੱਸੋਗੇ? ਨਿਸ਼ਾਨੀ ਜੀ ਇਹ ਤੇ ਅੱਲਾ ਦੇ ਨਿਜ਼ਾਮ ਨੇ, ਇਹਦੇ 'ਚ ਜ਼ਿਆਦਾ ਬੰਦਾ ਸਮਝਦਾਰ ਕੋਈ ਨਹੀਂ ਹੈ। ਹੂੰ ਸਿਰਫ ਸ਼ਕਲ ਵਜ੍ਹਾ ਵੇਖਦੇ ਨੇ, ਬਹਾਨਾ ਵੇਖਦੇ ਨੇ, ਥਣ ਸਹੀ ਵਿਥਾਂ ਤੇ ਹੋਣ ਠੀਕ ਹੈ। ਤੇ ਬਹਾਨਾ ਚੰਗਾ ਹੋਏ ਹੂੰ ਤੇ ਸ਼ਕਲ ਸ਼ੁਕਲ ਠੀਕ ਹੋਏ ਤੇ ਅੱਗੋਂ ਅੱਲਾ ਦੇ ਬਸ। ਅੱਲਾ ਦੇ ਪਾਸ। ਮੱਝ ਡੇਰਿਆਂ ਤੋਂ ਲੈਣੀ ਚਾਹੀਦੀ ਜਾਂ ਮੰਡੀ 'ਚ ਜਾ ਕੇ? ਡੇਰਿਆਂ ਤੋਂ ਤੇ ਠੀਕ ਰਹਿੰਦੀ ਹੈ, ਉਹ ਕੋਈ 2-4 ਹਜ਼ਾਰ ਉਂਝ ਵੀ ਸਵਲੀ ਮਿਲ ਜਾਂਦੀ ਹੈ, ਹੂੰ ਤੇ ਨਾਲੇ ਉਹਦਾ ਵਾਧੇ ਘਾਟੇ ਦਾ ਪਤਾ ਲੱਗਦਾ। ਮੰਡੀ ਤੇ ਡਕੇ ਲੱਗੇ ਹੁੰਦੇ ਨੇ। ਠੀਕ ਹੈ ਤੇ ਠੀਕ ਹੈ। ਅੱਛਾ, ਇਹ ਤੁਹਾਡੇ ਕੋਲ ਇਹ ਕਿੰਨੀ ਜਗ੍ਹਾ ਹੈ ਮਾਸ਼ਾਅੱਲਾ ਜਿਹਦੇ ਡੰਗਰ ਰੱਖੇ ਨੇ? ਇਹ ਤਕਰੀਬਨ 6 ਮਰਲੇ ਜਗ੍ਹਾ। 6 ਮਰਲੇ ਤੁਸੀਂ ਕਿੰਨੇ ਇਸ ਟਾਈਮ ਡੰਗਰ ਰੱਖੇ ਨੇ, ਛੋਟੇ ਵੱਡੇ ਸਾਰੇ ਪਾ ਕੇ? ਇਹ ਕੋਈ 12-13 ਹੈ ਜੀ। 12-13। ਇਹਨਾਂ 12-13 ਵਿੱਚੋਂ ਦੁੱਧ ਦੇਣ ਵਾਲੇ ਕਿੰਨੇ ਨੇ? ਦੁੱਧ ਦੇਣ ਵਾਲੇ ਤੇ ਅਸਲੇ 6-7। 7 ਤੁਹਾਡੇ ਲਹਿਰੀਆਂ ਮੱਝਾਂ ਨੇ? ਹਾਂਜੀ ਲੈ। ਤੇ ਕਿੰਨੇ ਕੁ ਤੁਹਾਡਾ ਮਾਸ਼ਾਅੱਲਾ ਹੋ ਜਾਂਦਾ ਡੇਲੀ ਦਾ ਦੁੱਧ? ਤਕਰੀਬਨ ਕੋਈ ਅਸਲੇ ਵਿੱਚ ਖਾਂਗਣਾ ਪਛੜਾ ਨੇ ਨਾ ਤੇ 1.5 ਕਮਾਣ ਹੋ ਜਾਂਦਾ। 1.5 ਮਣ ਇੱਥੇ ਹੀ ਸ਼ਹਿਰ 'ਚ ਤੁਸੀਂ ਸੇਲ ਕਰਦੇ ਹੋ ਸਾਰਾ? ਹਾਂਜੀ ਇੱਥੇ। ਤੇ ਆਪ ਹੀ ਆ ਕੇ ਲੋਕ ਖੜਦੇ ਨੇ ਜਾਂ ਫਿਰ? ਨਹੀਂ, ਆਪੀ ਹੀ ਖੜਦੇ। ਸਹੀ ਹੈ। ਤੇ ਇੱਥੇ ਜਿਹੜਾ ਤੁਹਾਨੂੰ ਪੈਸੇ ਮਿਲਦੇ ਨੇ ਨਕਦੋ ਨਕਦ? ਔਰ ਨਗਦ ਵੀ ਕੋਈ ਮਹੀਨੇ ਤੇ ਵੀ। ਅੱਛਾ, ਮਹੀਨੇ ਤੇ ਵੀ ਨੇ ਔਰ ਨਕਦ ਨੇ ਵੀ? ਹਾਂਜੀ। ਯਾਨੀ ਉਹਦਾ ਤੁਹਾਡਾ ਸਰਕਟ ਜਿਹੜਾ ਵੀ ਬਿਹਤਰੀਨ ਚੱਲ ਰਿਹਾ? ਆਹ ਜੀ ਆ ਕੇ ਸਰਦੀ ਵਾਸਤੇ ਕਿਹੜਾ ਕਾੜਾ ਬਣਾਉਂਦੇ ਹੋ, ਜਰਾ ਤਫਸੀਲ ਦੱਸ ਦਿਓ।
ਸਰਦੀ ਹੋਏ ਤੇ ਮੇਥਰੇ ਤੇ ਹਾਲਿਆਂ ਹੂੰ ਤੇ ਵਿੱਚ ਘਿਓ ਪਾ ਕੇ ਹੂੰ ਉਹ ਦਿਓ ਤੇ ਅੱਲਾ ਬਿਹਤਰ ਕਰ ਦਿੰਦਾ। ਇੱਕ ਜਾਨਵਰ ਨੂੰ ਕਿੰਨਾ ਕੁ ਭਾਗ ਕੇ ਦੇਣਾ ਚਾਹੀਦਾ ਔਰ ਕਿੰਨੀ ਦਫਾ ਦੇਣਾ ਚਾਹੀਦਾ? ਆਹ ਤਿੰਨ ਦਿਨ ਤੇ ਦੇਣਾ ਚਾਹੀਦਾ। ਕੋਈ ਪਾ ਮੇਥਰੇ ਹੋਣ, ਕੋਈ ਪਾ ਹਾਲਿਆਂ ਹੋਏ ਤੇ ਅੱਧਾ ਕਿਲੋ ਘਿਓ ਠੀਕ ਹੈ ਤੇ ਪਾ ਡੇਢ ਪਾ ਮਿੱਠਾ ਪਾ ਲਓ, ਗੋੜੀ ਜਾਂ ਚੀਨੀ। ਤੇ 3 ਦਿਨ ਦਾ ਕਾਟ ਕੇ ਹਾਂ, ਦੁੱਧ ਚ ਕੀ ਪਾਣੀ ਚ? ਨੇ ਪਾਣੀ 'ਚ ਕਾੜ ਕੇ ਦੇ ਦਿਓ। ਦੁੱਧ ਹੋਏ ਤੇ ਦੁੱਧ ਪਾ ਲਓ, ਸਭ ਤੋਂ ਬਿਹਤਰ ਹੋ ਜਾਂਦਾ। ਠੀਕ ਹੈ। ਅਗਰ ਕੋਈ ਗੈਸ ਖਾਰਾ ਹੋਈਏ ਤੇ ਫੇਰ ਕੀ ਦੇਣਾ ਚਾਹੀਦਾ? ਗੈਸ ਹੋ ਜਾਏ ਤੇ ਤੇਲ ਤੇ ਦਿਓ ਤੇ ਸਰੋਂ ਦਾ ਜਾਂ ਲੱਸੀ, ਹੂੰ ਇਹ ਵੀ ਬਿਹਤਰ। ਬਿਹਤਰ ਸਰਦੀਆਂ ਚ ਵੀ? ਸਰਦੀਆਂ 'ਚ ਤੇ ਅੱਲਾ ਰਹਿਮਤ ਕਰੇ ਕੋਈ ਨਹੀਂ ਐਡਾ ਹੁੰਦਾ। ਗਰਮੀਆਂ ਚ ਹੁੰਦਾ? ਸਾਡੀ ਇੱਕ ਗਾਈ ਨੂੰ ਹੁੰਦਾ ਸੀ ਤੇ ਅਸੀਂ ਉਹਨੂੰ ਤੇਲ ਸਰੋਂ ਦਾ ਹੂੰ ਤੇ ਤਾਰਬੀਨ ਦਾ ਤੇਲ ਦਿੰਦੇ ਆ, ਹੂੰ ਤੇ ਉਹਦੇ ਨਾਲ ਕਰਮ ਕਰੇ ਸਹੀ ਹੋ ਜਾਂਦਾ। ਹਾਂਜੀ, ਉਹ ਕਿੰਨਾ ਪਾਉਂਦੇ ਸੋ? ਅਸੀਂ ਤਕਰੀਬਨ ਅੱਧ ਪਾ ਤਾਰਬੀਨ ਦਾ ਤੇ ਅੱਧਾ ਕਿਲੋ ਸਰੋਂ ਦਾ। ਜੀ। ਅੱਛਾ ਅੰਕਲ ਜੀ, ਤੁਹਾਡੇ ਪੱਕੀ ਜਗ੍ਹਾ ਤੇ ਮੱਝਾਂ ਥੱਕ ਜਾਂਦੀਆਂ ਨੇ, ਕੋਈ ਕੱਚੀ ਜਗ੍ਹਾ ਵੀ ਰੱਖੀ ਜਿਹਨਾਂ ਨੂੰ ਬੰਨਣ ਵਾਸਤੇ? ਕੱਚੀ ਜਗ੍ਹਾ ਤੇ ਉਹ ਬਾਹਰ ਹੈ ਜੀ ਤੇ ਉਹ ਕਿਸੇ ਲਈ ਬੰਨ ਲੈਣੇ ਆ। ਅੱਜ ਕੱਲ ਤਾਂ ਚਿੱਕੜ ਹੋਇਆ ਨਹੀਂ ਬੰਦੇ, ਇੱਥੇ ਹੀ ਪੱਕੀ ਤੇ ਹੀ ਰਹਿੰਦੀਆਂ ਨੇ। ਸਹੀ ਹੈ। ਉਂਝ ਤੇ ਕੱਚੀ ਜਗ੍ਹਾ ਸਭ ਤੋਂ ਬਿਹਤਰ, ਬੜੀਆਂ ਖੁਸ਼ ਹੋ ਕੇ ਬਹਿੰਦੀਆਂ ਨੇ ਕੱਚੀ ਜਗ੍ਹਾ ਹੋਏ ਤੇ। ਸਹੀ ਹੈ। ਅੱਛਾ ਤੁਸੀਂ ਇਹ ਝੋਟੀ ਜਿਹੜੀ ਇਹ ਘਰ ਪਾਲੀ ਇਹਦੇ ਦੇ ਬਾਰੇ ਚ ਤਫਸੀਲਾਤ ਦੱਸਿਓ। ਤਕਰੀਬਨ 3 ਸਾਲਾਂ ਦੀ ਹੋ ਗਈ ਹੈ। ਅੱਛਾ ਇਹ ਘਰ ਦੀ ਹੈ? ਹਾਂਜੀ, ਘਰ ਦੀ। ਸਹੀ ਹੈ। 3 ਸਾਲਾਂ ਦੀ ਹੋ ਗਈ ਤਾਂ ਕਦੋਂ ਕਿੰਨੇ ਸੋਣਾ ਹੁਣ? ਹੁਣ 3 ਮਹੀਨੇ ਹੋ ਗਏ ਨੇ ਲੱਗੀ ਨੂੰ। ਠੀਕ ਹੋ ਗਿਆ। ਸਹੀ ਹੈ। ਤੇ ਇਹਦੇ ਤੇ ਤੁਹਾਡਾ ਕਿੰਨਾ ਖਰਚਾ ਆ ਗਿਆ 3 ਸਾਲਾਂ 'ਚ? ਦੇਖੋ ਜੀ, ਇਹ ਹਿਸਾਬ ਨਹੀਂ ਰੱਖਿਆ ਸੀ, ਨਾਲ ਹੀ ਦੂਜੇ ਡੰਗਰਾਂ ਨੇ ਖਾਂਦੀ ਰਹੀ ਹੈ ਤੇ ਤਕਰੀਬਨ ਐਸੇ 400 ਰੁਪਇਆ ਤੇ ਰੋਜ਼ ਖਾ ਖੜਦੀ ਹੈ। ਇਸ ਲਈ ਪਹਿਲੇ ਦੁੱਧ ਤੇ ਸੀ, ਪਹਿਲੇ ਥੋੜਾ ਖਰਚਾ ਹੁੰਦਾ ਸੀ ਸਾਲ ਡੇਢ ਸਾਲ ਤੱਕ, ਹੂੰ ਤੇ ਹੁਣ ਇਸ ਲਈ 400-500 ਰੁਪਏ 500 ਵੀ ਖਾ ਖੜਦੀ ਹੈ। ਯਾਨੀ ਤੁਹਾਨੂੰ ਕੋਈ 4-5 ਲੱਖ ਚ ਪੈ ਗਈ ਹੈ? ਹਾਂ ਜੀ, ਇਹ ਪੈ ਜਾਂਦੀ ਆ। ਤੇ ਇਹਦਾ ਮਤਲਬ ਹੈ ਕਿ ਬਜਾਏ ਇਹਨੂੰ ਰੱਖਣ ਦੇ ਅਗਰ ਤੁਸੀਂ ਉਂਝ ਲੈ ਲੈਂਦੇ ਤੇ ਉਹ ਨਹੀਂ ਠੀਕ? ਉਹ ਠੀਕ ਸੀ, ਸਹੀ ਹੋ ਗਿਆ। ਲੇਕਿਨ ਇਹ ਸਿਰਫ ਆਪਣੇ ਘਰ ਦੀ ਕਰਕੇ ਨਾ ਸ਼ੌਕ ਨਾਲ ਰੱਖੀ ਹੈ। ਹੁਣ ਦਾ ਕਿੰਨਾ ਕੁ ਰੇਟ ਹੋਣਾ ਤੁਹਾਡੀ ਨਜ਼ਰ 'ਚ? ਇਸ ਲਈ ਬੜੀ ਹੋਏਗੀ ਤੇ 1,35,000 ਦੀ ਹੋਏਗੀ ਇਸ ਲਈ, ਜੇ ਵੇਚਣਾ ਚਾਹੇ, ਕਿਉਂਕਿ ਜਿੰਨੇ